ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੱਥ ਪੰਚਮੋ ਵਿਸਰਾਮ ਲਿਖਿਆ ਤੇ ਸਿੱਖਿਓ ਵਾਚ ਦੋਹਰਾ ਸਾਧਨ ਗਿਆਨ ਲਹਿਓ ਭਲੇ ਭਗਵਨ ਤੁਮ ਪ੍ਰਸਾਦ ਕੇ ਪ੍ਰਕਾਰ ਆਤਮ ਜਗਤ ਮੋਹ ਮਨ ਅਦਕ ਵਿਖਾਦ ਸਾਧਨ ਗਿਆਨ ਲਹਿਓ ਭਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਕਵੀ ਨਾਥਪੁਰੀ ਜੀ ਚਾਰ ਅਧਿਆਏ ਪੂਰੇ ਕਰਦੇ ਹੋਏ ਪੰਜਵਾਂ ਵਿਸਰਾਮ ਅਧਿਆਏ ਪ੍ਰਾਰੰਭ ਕਰਦੇ ਆ। ਕਹਿੰਦੇ ਆ ਹੁਣ ਅਥ ਪੰਚਮੋ ਵਿਸਰਾਮ ਲਿਖਿਆ ਤੇ ਮਤਲਬ ਹੁਣ ਪੰਜਵਾਂ ਜਿਹੜਾ ਵਿਸਰਾਮ ਅਧਿਆਏ ਆ ਲਿਖਿਆ ਤੇ ਕਈ ਲਿਖਦੇ ਹਾਂ ਸਿੱਖਿਓ ਵਾਚ। ਸਿੱਖ ਕਹੀਏ ਸ਼ਿਸ਼ ਜਾਂ ਸਿੱਖ ਸੇਵਕ ਵੱਲੋਂ ਬੇਨਤੀ ਰੂਪ ਵਿੱਚ ਕਹਿਆ ਹੋਇਆ ਵਾਚ ਕਹੀਏ ਬਚਨ ਵਾਕ। ਦੋਹਰਾ ਸਾਧਨ ਗਿਆਨ ਲਹਿਓ ਭਲੇ। ਹੇ ਗੁਰੂ ਜੀ ਭਗਵਾਨ ਤੁਮ ਪ੍ਰਸਾਦ ਤੁਮ ਕਹੀਏ ਤੁਹਾਡੀ ਪ੍ਰਸਾਦ ਕਿਰਪਾ ਸਦਕਾ ਹੇ ਭਗਵਾਨ ਕਹੀਏ ਗੁਰੂ ਜੀ ਮੈਂ ਜਿਹੜਾ ਸਾਧਨ ਗਿਆਨ ਆ ਗਿਆਨ ਦੀ ਪ੍ਰਾਪਤੀ ਵਾਲੇ ਜਿਹੜੇ ਸਾਧਨ ਆ ਉਹਨਾਂ ਸਾਧਨਾਂ ਨੂੰ ਤੇ ਲਹਿਓ ਭਲੇ ਭਲੇ ਕਹੀਏ ਚੰਗੀ ਤਰ੍ਹਾਂ ਵਧੀਆ ਢੰਗ ਨਾਲ ਲਹਿਓ ਜਾਣ ਲਿਆ ਹੈ। ਕਿ ਪ੍ਰਕਾਰ ਆਤਮ ਜਗਤ ਆਤਮਾ ਜਗਤ ਸੰਸਾਰ ਵਿੱਚ ਜਿਹੜੀ ਆਤਮਾ ਜਗਤ ਸੰਸਾਰ ਵਿੱਚ ਕਿਸ ਤਰ੍ਹਾਂ ਸੱਚ ਸਰੂਪ ਹੈ। ਕਿਸੇ ਦਾ ਅਰਥ ਕਿਸ ਪ੍ਰਕਾਰ ਦਾ ਅਰਥ ਧਾਰਾ। ਆਤਮਾ ਜਿਹੜੀ ਆ ਉਹ ਜਗਤ ਸੰਸਾਰ ਦੇ ਵਿੱਚ ਕਿਸ ਪ੍ਰਕਾਰ ਸੱਚ ਸਰੂਪ ਹੈ ਜਾਂ ਪ੍ਰਤੱਖ ਦਿਸਣ ਵਾਲਾ ਹੈ ਤੇ ਸੰਸਾਰ ਕਿਵੇਂ ਮਿਥਿਆ ਰੂਪ ਆ। ਜੇਕਰ ਆਤਮਾ ਨੂੰ ਸੱਚ ਸਰੂਪ ਕਹਿੰਦਾ ਹਾਂ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਇਸ ਦੀ ਨਿਵਰਤੀ ਨਹੀਂ ਹੋਣੀ ਚਾਹੀਦੀ। ਜੇਕਰ ਮਿਥਿਆ ਕਹਿੰਦਾ ਤਾਂ ਪ੍ਰਤੀਤ ਨਹੀਂ ਹੋਣੀ ਚਾਹੀਦੀ। ਮੋਹ ਮਨ ਅਦਕ ਵਿਖਾਦ ਇਹੀ ਜਿਹੜਾ ਮੋਹ ਕਹੀਏ ਮੇਰੇ ਮਨ ਕਹੀਏ ਇਹਦੇ ਵਿੱਚ ਅਦਕ ਬਹੁਤਾ ਵਿਖਾਦ ਝਗੜਾ ਚੱਲ ਰਿਹਾ। ਯਹੀ ਮੇਰੇ ਮਨ ਵਿੱਚ ਝਗੜਾ ਚੱਲ ਰਿਹਾ ਕਿ ਕਿਸ ਪ੍ਰਕਾਰ ਜਿਹੜਾ ਮੇਰਾ ਆਤਮਾ ਵਾ ਉਹ ਸੰਸਾਰ ਦੇ ਵਿੱਚ ਸੱਚ ਸਰੂਪ ਆ। ਹੁਣ ਜੇ ਜਗਤ ਦਾ ਅਰਥ ਤੇ ਇਹੀ ਹੈ ਵੀ ਗਤ ਜਾ ਨਾਮ ਦਾ ਪੈਦਾ ਹੋਣ ਦਾ ਗਤ ਨਾਮ ਹੋਣ ਦਾ ਗਤ ਦਾ ਨਾਮ ਆ ਨਾਸ। ਜੋ ਪੈਦਾ ਹੋਣ ਵਾਲਾ ਵਾ ਤੇ ਨਾਸ ਹੋਣ ਵਾਲਾ ਉਹਨੂੰ ਕਹੀਏ ਜਗਤ ਆ। ਪਰ ਇੱਥੇ ਸਿੱਖ ਪ੍ਰਸ਼ਨ ਕਰਦਾ ਵੀ ਗੁਰੂ ਜੀ ਤੁਹਾਡੀ ਕਿਰਪਾ ਨਾਲ ਸਾਧਨ ਜਿਹੜੇ ਗਿਆਨ ਦੇ ਉਹਦੇ ਮੈਂ ਚੰਗੀ ਤਰ੍ਹਾਂ ਲਹਿਓ ਕਹੀਏ ਜਾਣ ਲਏ ਆ। ਪਰ ਕਿਸੇ ਪ੍ਰਕਾਰ ਆਤਮਾ ਜਗਤ ਜਿਹੜਾ ਮੇਰਾ ਆਤਮਾ ਵਾ ਜਾਂ ਸਿੱਧਾ ਅਰਥ ਵੀ ਜਿਹੜਾ ਆਤਮਾ ਸੰਸਾਰ ਵਿੱਚ ਜਗਤ ਵਿੱਚ ਕਿਸ ਪ੍ਰਕਾਰ ਸੱਚ ਸਰੂਪ ਹੈ।
ਇਹ ਮੇਰੇ ਮਨ 'ਚ ਬੜਾ ਝਗੜਾ ਹੈ ਚੱਲ ਰਿਹਾ ਕਿ ਜੇਕਰ ਮੈਂ ਆਤਮਾ ਨੂੰ ਸੱਚ ਸਰੂਪ ਕਹਿੰਦਾ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਇਸ ਦੀ ਨਿਵਰਤੀ ਨਹੀਂ ਹੋਣੀ ਚਾਹੀਦੀ। ਸੰਸਾਰ ਵੀ ਮਿਥਿਆ ਰੂਪ ਆ। ਕਿਵੇਂ ਸੰਸਾਰ ਮਿਥਿਆ ਰੂਪ ਆ, ਆਤਮਾ ਨੂੰ ਸੱਚ ਸਰੂਪ ਕਹਿੰਦਾ ਹਾਂ ਤੇ ਬ੍ਰਹਮ ਗਿਆਨ ਦੀ ਜਦੋਂ ਪ੍ਰਾਪਤੀ ਹੋ ਜੇ ਨਾ ਤੇ ਇਹਦੀ ਨਿਵਰਤੀ ਹੋਣੀ ਚਾਹੀਦੀ ਸੰਸਾਰ ਦੇ। ਜੇਕਰ ਮਿਥਿਆ ਕਹਿੰਦਾ ਤਾਂ ਪ੍ਰਤੀਤ ਨਹੀਂ ਹੋਣੀ ਚਾਹੀਦੀ। ਕਿ ਹੁਣ ਸੰਸਾਰ ਆ ਉਹ ਆਪਾਂ ਹੈ ਤੇ ਗੁਰੂ ਸਾਹਿਬ ਨੇ ਦੱਸਿਆ ਮਿਥਿਆ ਹੀ, ਜਗ ਰਚਨਾ ਸਭ ਝੂਠ ਹੈ, ਪਰ ਸਾਨੂੰ ਪ੍ਰਤੀਤ ਹੋਣ ਡਿਆ, ਦਿਸ ਰਿਹਾ। ਤੇ ਜਿਹੜੀ ਮਿਥਿਆ ਚੀਜ਼ ਉਹ ਦਿਸਣੀ ਨਹੀਂ ਚਾਹੀਦੀ, ਕਿਉਂਕਿ ਸਿੱਖ ਬਿਲਕੁਲ ਅਣਜਾਣ ਤਰੀਕੇ ਨਾਲ ਪ੍ਰਸ਼ਨ ਕਰ ਰਿਹਾ। ਤਾਂ ਕਰਕੇ ਇਹ ਗੱਲ ਕਹਿ ਰਿਹਾ ਕਿ ਜੇਕਰ ਮੈਂ ਸੰਸਾਰ ਨੂੰ ਗੁਰੂ ਜੀ ਮਿਥਿਆ ਕਹਿੰਦਾ ਤੇ ਇਹਦੀ ਪ੍ਰਤੀਤੀ ਨਹੀਂ ਹੋਣੀ ਚਾਹੀਦੀ, ਭਾਵ ਦਿਸਣ ਰੂਪ ਵਿੱਚ ਨਹੀਂ ਹੋਣਾ ਚਾਹੀਦਾ। ਇਹਦੇ ਦਿਸ ਵੀ ਰਿਹਾ ਤੇ ਮਿਥਿਆ ਵੀ ਆ। ਤੇ ਇਹ ਮੇਰੇ ਮਨ 'ਚ ਬੜਾ ਜਿਹੜਾ ਨਾ ਵਿਖਾਦ ਝਗੜਾ ਜਿਹੜਾ ਵਾ ਉਹ ਚੱਲੀ ਜਾ ਰਿਹਾ। ਕਿਸੇ ਪ੍ਰਕਾਰ ਆਤਮ ਜਗਤ, ਇਹ ਆਤਮਾ ਕਿਵੇਂ ਅਤੇ ਜਗਤ ਕਿਸ ਤਰ੍ਹਾਂ ਦਾ ਹੈ, ਇਹਨਾਂ ਦੀ ਅਸਲੀਅਤ ਕੀ ਹੈ, ਮਤਲਬ ਇਹ ਜਾਣੇ ਬਿਨਾਂ ਮੇਰੇ ਮਨ 'ਚ ਬੜਾ ਵਿਖਾਦ ਹੋਣ ਡਿਆ, ਦੁੱਖ ਹੋਣ ਡਿਆ, ਬੜੀ ਚਿੰਤਾ ਲੱਗੀ ਹੋਈ। ਅੱਗੇ ਅਜੇ ਪ੍ਰਸ਼ਨ ਹੀ ਆ, ਅੱਗੇ ਗੁਰੂ ਖੋਲਣਗੇ। ਸ੍ਰੀ ਗੁਰੂ ਵਾਚ ਆਹੋ ਪੁੱਤਰ ਕੀ ਜੈ ਨਹੀਂ। ਇਹ ਪੁੱਤਰ ਗੁਰੂ ਜੀ ਕਹਿੰਦੇ ਆ, ਸ੍ਰੀ ਗੁਰੂ ਵਾਚ ਗੁਰੂ ਆਪਣੇ ਸਿੱਖ ਨੂੰ ਉੱਤਰ ਰੂਪ ਵਿੱਚ ਸਮਝਾਉਂਦੇ ਹੋਏ ਕਹਿੰਦੇ ਆ, ਆਹੋ ਦਾ ਅਰਥ ਹੁੰਦਾ ਹੈ ਇਹ ਪੁੱਤਰ ਅਥਵਾ ਪਿਆਰੇ ਸਿੱਖ ਮੇਰੇ, ਤੂੰ ਕੀਜੈ ਨਹੀਂ, ਤੈਨੂੰ ਨਹੀਂ ਕਰਨਾ ਚਾਹੀਦਾ ਕਿ ਰੰਚਕ ਐਸੋ ਭਰਮ, ਐਸਾ ਜਿਹੜਾ ਅਜਿਹਾ ਭਰਮ ਹੈ ਨਾ ਉਹ ਥੋੜਾ ਮਾਤਰ ਵੀ ਨਹੀਂ ਕਰਨਾ ਚਾਹੀਦਾ। ਰੰਚਕ ਦਾ ਅਰਥ ਪੂਰਾ ਮਾਤਰ, ਥੋੜਾ ਮਾਤਰ ਵੀ, ਐਸੋ ਜਿਹੜਾ ਅਜਿਹਾ ਵਾ ਭਰਮ ਨਹੀਂ ਕਰਨਾ ਚਾਹੀਦਾ। ਆਹੋ ਕਹੀਏ ਹੈ ਪੁੱਤਰ ਸਿੱਖ, ਕਹਾਂ ਜਗਤ ਈਸ਼ਵਰ ਕਹਾਂ, ਇਹ ਜਗਤ ਸੰਸਾਰ ਕਹਾਂ ਕਹੀਏ ਕਿਸ ਤਰ੍ਹਾਂ ਮਿਥਿਆ ਰੂਪ ਆ, ਤੇ ਈਸ਼ਵਰ ਜਿਹੜਾ ਵਾ ਉਹ ਕਹਾਂ ਕਹੀਏ ਕਿਸ ਤਰ੍ਹਾਂ ਸੱਚ ਸਰੂਪ ਆ। ਯਹ ਸਭ ਮਨ ਕੇ ਭਰਮ, ਇਹ ਤਾਂ ਸਭ ਕਹੀਏ ਸਾਰੇ ਜਿਹੜੇ ਆ ਨਾ ਮਨ ਦੇ ਹੀ ਭਰਮ ਆ, ਵਹਿਮ ਆ। ਇਹ ਸਾਰੇ ਮਨ ਦੇ ਵਹਿ ਭਰਮ ਆ ਕਿ ਜਿਹੜਾ ਸੰਸਾਰ ਨੂੰ ਮਿਥਿਆ ਕਹਿਣਾ, ਈਸ਼ਵਰ ਨੂੰ ਸੱਚ ਕਹਿਣਾ, ਕਿਉਂਕਿ ਹੈ ਹੀ ਨਹੀਂ ਆ। ਝੂਠ ਸੱਚ ਕਿਹਨੂੰ ਕਹਿਣਾ, ਸੱਚ ਤੇ ਇੱਕੋ ਹੀ ਆ ਬ੍ਰਹਮ, ਬਾਕੀ ਤੇ ਸਭ ਝੂਠ ਹੀ ਆ। ਤੇ ਇਹ ਜਿਹੜੇ ਮਨ ਦੇ ਭਰਮ ਕਰਕੇ ਦੋ ਨਾਂ ਪਏ ਹੋਏ, ਇੱਕ ਈਸ਼ਵਰ ਇੱਕ ਸੰਸਾਰ। ਤੇ ਉਹ ਸੰਸਾਰ ਨੂੰ ਮਿਥਿਆ ਕਹਿ ਕੇ ਈਸ਼ਵਰ ਨੂੰ ਸੱਚ ਕਹਿਣਾ ਪੈਂਦਾ। ਇਹ ਮਨ ਦੀਆਂ ਕਲਪੀਆਂ ਹੋਈਆਂ ਵਿਚਾਰਾਂ ਆ। ਸਿੱਖ ਕਹਾਂ ਜਗਤ, ਕਹਾ ਦਾ ਅਰਥ ਆ ਵੀ ਕਿਸ ਤਰ੍ਹਾਂ ਸੰਸਾਰ ਜਿਹੜਾ ਮਿਥਿਆ ਵਾ ਤੇ ਕਿਸ ਤਰ੍ਹਾਂ ਈਸ਼ਵਰ ਜਿਹੜਾ ਸੱਚ ਸਰੂਪ ਆ। ਇਹ ਸਾਰੇ ਮਨ ਦੇ ਭਰਮ ਆ, ਭੁਲੇਖੇ ਵਹਿਮ ਆ। ਸਿੱਖ ਤੈਨੂੰ ਰੰਚਕ ਐਸੋ ਭਰਮ, ਭੋਰਾ ਮਾਤਰ ਵੀ ਐਸਾ ਸੰਸਾ ਭਰਮ ਨਹੀਂ ਕਰਨਾ ਚਾਹੀਦਾ। ਠੀਕ ਆ ਨਾ।
ਵੀ ਜਿਵੇਂ ਉੱਪਰ ਕਿਹਾ ਸੀ ਨਾ, ਕਿਹ ਪ੍ਰਕਾਰ ਆਤਮ ਜਗਤ, ਵੀ ਜਗਤ ਸੰਸਾਰ ਕਿਵੇਂ ਮਿਥਿਆ ਤੇ ਆਤਮਾ ਕਿਵੇਂ ਸੱਚ ਸਰੂਪ ਆ। ਸੰਸਾਰ ਕਿਵੇਂ ਦੁੱਖ ਰੂਪ ਆ, ਆਤਮਾ ਕਿਵੇਂ ਸੁੱਖ ਸਰੂਪ ਆ, ਉਹਦਾ ਹੁਣ ਅੱਗੇ ਖੋਲਣਗੇ। ਹੁਣ ਸੰਸਾਰ ਦਾ ਮਿਥਿਆਪਣਾ ਪੂਰਾ ਹੀ ਦੱਸਣਗੇ, ਆਤਮਾ ਕਿਵੇਂ ਸੱਚ ਸਰੂਪ ਹੈ ਵੀ ਦੱਸਣਗੇ। ਦੋਹਰਾ ਉੱਪਰਲੇ ਜਿਹੜੇ ਆ ਸਭ, ਯਹ ਸਭ ਮਨ ਕੋ ਪਰਮਣਾ, ਉਹਦੇ ਭੱਬੇ ਨੂੰ ਸਿਹਾਰੀ ਲਾ ਲੈਣੀ ਜੀ। ਕਹਾਂ ਜਗਤ ਈਸ਼ਵਰ ਕਹਾਂ, ਕਹਾਂ ਕਹਾਂ ਦੇ ਬਿੰਦੀਆਂ ਪਾੜ ਤੇ ਲੱਗਦੀਆਂ, ਇਹ ਲਾ ਲੈਣੀ। ਦੋਹਰਾ ਰਾਗ ਦਵੈਖ ਮਨ ਕੇ ਧਰਮ, ਸੁਣ ਸਿੱਖ ਹੋਣਾ। ਕਿਸੇ ਨਾਲ ਜਿਹੜਾ ਰਾਗ ਕਹੀਏ, ਬਾਬਾ ਆਪਣੇ ਨਾਲ ਜਿਹੜਾ ਪ੍ਰੇਮ ਕਰਨਾ, ਤੇ ਆਪਣੇ ਆਪਣੇ ਵੀ ਕੋਈ ਨਹੀਂ ਦੇ, ਮਤਲਬ ਕਹਿਣ ਦਾ ਮਤਲਬ ਹੈ ਵੀ ਜਿਹਨੂੰ ਹੀ ਆਪਣਾ ਸਮਝਦੇ ਉਹਦੇ ਨਾਲ ਜਿਹੜਾ ਪ੍ਰੇਮ ਕਰਨਾ। ਸਿੱਧਾ ਅਰਥ ਵੀ ਕਿਸੇ ਨਾਲ ਤੇ ਰਾਗ ਪ੍ਰੇਮ ਕਰਨਾ, ਤੇ ਕਿਸੇ ਨਾਲ ਦਵੈਸ਼ ਕਰਨੀ, ਈਰਖਾ ਕਰਨੀ, ਜਲਨਸ਼ੀਲਤਾ ਰੱਖਣੀ। ਇਹ ਤੇ ਸਿੱਖ ਆਤਮਾ ਦੇ ਧਰਮ ਨਹੀਂ ਆ, ਇਹ ਤੇ ਮਨ ਕੇ ਧਰਮ, ਮਨ ਦੇ, ਮਨ ਕਾਲੋ ਚਿੱਤ ਕਾਲੋ, ਇਹ ਮਨ ਜਾਂ ਚਿੱਤ ਦੇ ਧਰਮ ਆ, ਨਿਯਮ ਆ। ਉਹਦੇ ਵਿੱਚ ਹੀ ਰਾਗ ਦਵੈਖ ਪੈਦਾ ਹੁੰਦਾ, ਆਤਮਾ ਵਿੱਚ ਨਹੀਂ। ਤੇ ਹੁਣ ਦੱਸਣ ਲੱਗੇ ਆ, ਤੂੰ ਤੋਂ ਮਨ ਨਹਿ ਹੋਏ, ਤੇ ਤੂੰ ਤੋਂ ਸਿੱਖ, ਤੂੰ ਤਾਂ, ਤੋ ਦਾ ਅਰਥ ਆ ਤਾਂ, ਤੂੰ ਤਾਂ ਮਨ ਨਹਿ ਕੋਏ, ਤੂੰ ਤੇ ਮਨ ਤਾਂ ਨਹੀਂ ਨਾ ਹੈਗਾ, ਭਾਵ ਤੂੰ ਮਨ ਸਰੂਪ ਨਹੀਂ ਹੈ। ਤੂੰ ਤੇ ਮਨ ਨੂੰ, ਜੇਕਰ ਇਹ ਕਹੇ ਕਿ ਮਨ ਤੋਂ ਵੱਖਰਾ ਮੇਰਾ ਸਰੂਪ ਕੀ ਹੈ, ਤੇ ਧਿਆਨ ਨਾਲ ਸੁਣਨਾ ਕਰ। ਉਹ ਵੀ ਤੈਨੂੰ ਅੱਗੇ ਦੱਸ ਦਿਆਂ, ਤੂੰ ਮਨ, ਤੂੰ ਤੋਂ ਮਨ ਨਹੀਂ ਹੋਏ, ਤੂੰ ਤੇ ਮਨ ਤਾਂ ਨਹੀਂ ਨਾ ਹੈਗਾ। ਤੇ ਮਨ ਦੇ ਧਰਮ ਰਾਗ ਦਵੈਖ, ਤੂੰ ਮਨ ਤੋਂ ਪਰੇ ਆ। ਇਸ ਕਰਕੇ ਉਹ ਰਾਹ ਜਿਹੜਾ ਦੁੱਖ ਸੁੱਖ ਆ, ਉਹ ਤੇਰਾ ਧਰਮ ਨਹੀਂ ਆ, ਉਹ ਮਨ ਦੇ ਧਰਮ ਆ, ਤੇ ਤੂੰ ਮਨ ਨਹੀਂ ਹੈ। ਨਿਰਵਿਕਲਪ ਵਿਆਪਕ ਅਮਲ, ਜੇ ਆ ਕਈ ਸ਼ਬਦ ਦਾ ਨਿਰਵਿਕਲਪ ਵਿਆਪਕ ਅਮਲ, ਜੋ ਨਿਰਵਿਕਲਪ ਕਹੀਏ ਕਲਪਨਾ ਤੋਂ ਰਹਿਤ ਆ, ਸਾਰੇ ਥਾਵਾਂ ਤੇ ਵਿਆਪਕ ਕਹੀਏ ਪਰਿਪੂਰਨ ਆ। ਅਮਲ ਕਹੀਏ ਪਾਪਾਂ ਦੀ, ਵਿਦਿਆ ਦੀ, ਵਖੇਬ ਦੀ, ਵਰਨ ਦੀ ਮੈਲ ਤੋਂ ਰਹਿਤ ਆ। ਸੁੱਖ ਸਰੂਪ ਤੂੰ ਸੋਏ, ਤੇ ਜੋ ਸੁੱਖ ਆਨੰਦ ਸਰੂਪ ਚੇਤਨ ਬ੍ਰਹਮ ਆ, ਹਾਂਜੀ ਤੂੰ ਸੋਏ, ਉਹ ਸਰੂਪ ਤੂੰ ਹੈ, ਭਾਵ ਉਹ ਤੇਰਾ ਅਸਲੀ ਸਰੂਪ ਆ, ਬ੍ਰਹਮ ਸਰੂਪ ਆ ਤੇਰਾ ਜਿਹੜਾ ਆਤਮਾ ਆ, ਜਿੱਥੇ ਨਿਰਵਿਕਲਪ ਕੋਈ ਕਲਪਨਾ ਨਹੀਂ ਹੈ, ਜੋ ਕਲਪਨਾ ਤੋਂ ਰਹਿਤ ਆ, ਵਿਆਪਕ ਸਰੂਪ ਆ, ਤੇ ਅਵਿਦਿਆ ਦੀ ਮੈਲ ਤੋਂ, ਅਗਿਆਨ ਦੀ ਮੈਲ ਤੋਂ ਰਹਿਤ ਆ, ਉਹ ਸੁੱਖ ਸਰੂਪ ਆ। ਤੂੰ ਮਨ ਥੋੜੀ ਆ। ਇਸ ਕਰਕੇ ਰਾਗ ਦਵੈਖ ਜਿਹੜਾ ਅੰਦਰ ਜਾਗਦਾ ਨਾ ਬੰਦੇ ਦੇ, ਮੋਹ ਪ੍ਰੇਮ ਜਿਹਾ, ਇਹ ਆਤਮਾ ਦਾ ਕੰਮ ਨਹੀਂ ਹੈ। ਸਾਧ ਸੰਗਤ ਜੀ, ਇਹ ਬੜਾ ਸਮਝਣ ਵਾਲੀ ਗੱਲ ਆ। ਇਹ ਮਨ ਦੇ ਧਰਮ ਹੈ। ਇਹ ਮਨ ਹੀ ਰਾਗ ਕਰਦਾ ਆ, ਮਨ ਹੀ ਈਰਖਾ ਕਰਦਾ। ਆਤਮਾ ਦੇ ਇੱਕ ਪ੍ਰਕਾਸ਼ ਰੂਪੇ ਤੋਂ ਪਰੇ ਆ, ਉਹਨੂੰ ਕੋਈ ਮੈਲ ਨਹੀਂ ਹੈ। ਇਹ ਰਾਗ ਦਵੈਖ ਦੀ ਵੀ ਮੈਲ ਹੀ ਆ ਨਾ, ਕਦੀ ਕਿਸੇ ਨਾਲ ਪ੍ਰੇਮ ਤੇ ਕਦੀ ਕਿਸੇ ਨਾਲ ਈਰਖਾ, ਇਹ ਉਹ ਆਤਮਾ ਨੂੰ ਨਹੀਂ ਆ। ਇਸ ਕਰਕੇ ਕਹਿ ਰਹੇ ਇੱਥੇ ਆ ਵੀ ਸਿੱਖ ਤੂੰ ਮਨ ਨਹੀਂ ਆ, ਤੇ ਕਹਿਣ ਲੱਗਾ ਸਿੱਖ ਵੀ ਮਾਰਾ ਫਿਰ ਮੈਂ, ਮੇਰਾ ਸਰੂਪ ਆਪਣਾ ਕੀ? ਕਹਿੰਦੇ ਜਿਹੜੇ ਨਿਰਵਿਕਲਪ, ਜਿਹਦੇ ਤੇ ਵਿੱਚ ਕਲਪਨਾ ਕੋਈ ਨਹੀਂ ਆ, ਜਿੱਚੋ ਵਿਆਪਕ ਰੂਪ ਆ, ਅਮਲ
ਅਵਿਦਿਆ ਦੀ ਮੈਲ ਤੋਂ ਰਹਿ ਦਿਆ ਸੁਖ ਸਰੂਪ ਹੈ ਨਾ ਭਾਵ ਆਨੰਦ ਸਰੂਪ ਹੈ ਤੂੰ ਸੋਏ ਉਹ ਤੂੰ ਹੈ ਸੋਏ ਦਾ ਅਰਥ ਉਹ ਤੂੰ ਹੈ ਐਸਾ ਤੇਰਾ ਅਸਲੀ ਸਰੂਪ ਆ ਤੇ ਮਨ ਥੋੜੀ ਹੈ ਤੂੰ ਕਿਉਂਕਿ ਮਨ ਦਾ ਤੇ ਇਹ ਜਿਹਾ ਸੁਭਾਅ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਮਨ ਨੂੰ ਤੇ ਇਹੋ ਜਿਹੀ ਮੈਲ ਲੱਗੀ ਹੋਈ ਹੈ ਜਨਮਾਂ ਜਨਮਾਂ ਦੀ ਕਾਲਾ ਹੋਇਆ ਪਿਆ ਖਨਲੀ ਵਾਂਗ ਹੋ ਗਿਆ ਨਾ ਜੀ। ਜਗਤੋ ਮੈਂ ਤੂੰ ਜਗਤ ਮੈਂ ਜਗਤੋ ਮੈਂ ਤੂੰ ਜਗਤ ਮੈਂ ਜਗਤੋ ਮੈਂ ਤੂੰ ਜਗਤ ਮੈਂ ਏਦਾਂ ਪੜ੍ਹਨਾ। ਸੰਸਾਰ ਜਗ ਤੋਂ ਮੈਂ ਸੰਸਾਰ ਤੋਂ ਉਹਦਾ ਅਰਥ ਤੇਰੇ ਮੈਂ ਕਹੀਏ ਵਿੱਚ ਸੰਸਾਰ ਤੇਰੇ ਵਿੱਚ ਹੈ ਤੇ ਤੂੰ ਜਗਤ ਮੈਂ ਤੂੰ ਸੰਸਾਰ ਵਿੱਚ ਹੈ। ਯੋ ਲਹਿ ਤਜ ਹੰਕਾਰ ਇਸ ਤਰ੍ਹਾਂ ਲਹਿ ਕਹੀਏ ਜਾਣ ਕੇ ਯੋ ਦਾ ਅਰਥ ਇਸ ਤਰ੍ਹਾਂ ਲਹਿ ਕਹੀਏ ਜਾਣ ਕੇ ਇਸ ਤਰ੍ਹਾਂ ਜਾਣ ਕੇ ਜਿਹੜਾ ਹੰਕਾਰ ਹੈ ਨਾ ਹੰਗਤਾ ਮਮਤਾ ਮੈਂ ਮੇਰੀ ਹੈ ਇਹਨੂੰ ਤੂੰ ਤਜ ਤਿਆਗ ਦੇਣਾ ਕਰ ਛੱਡ ਦੇਣਾ ਕਰ। ਮੈਂ ਮੇਰੀ ਸੰਕਲਪ ਤਜ ਮੈਂ ਕਰਤਾ ਭੋਗਦਾ ਹਾਂ ਮੈਂ ਮੇਰੀ ਸੰਕਲਪ ਤਜ ਮੈਂ ਮੇਰੀ ਵਾਲਾ ਜਿਹੜਾ ਸੰਕਲਪ ਖਿਆਲ ਆ ਉਹ ਛੱਡ ਦੇਣਾ ਕਰ। ਲੋਕ ਕਿਵੇਂ ਵੀ ਜਿਹੜਾ ਕਰਤਾ ਭੋਗਦਾ ਹਾਂ ਇਹ ਖਿਆਲ ਛੱਡ ਵੀ ਮੈਂ ਦੁੱਖ ਭੋਗ ਰਿਹਾ ਮੈਂ ਸੁੱਖ ਭੋਗ ਰਿਹਾ ਜਾਂ ਮੇਰੇ ਦੁੱਖ ਸੁੱਖ ਭੋਗ ਰਹੇ ਆ ਇਹ ਖਿਆਲ ਛੱਡ ਕਿਉਂਕਿ ਤੇਰਾ ਤੇ ਕੁਝ ਵੀ ਨਹੀਂ ਗਾ ਆਤਮਾ ਤੇ ਵਿਆਪਕ ਆ ਤੇ ਉਹ ਸਾਰੇ ਪਾਸੇ ਉਹੀ ਆ ਵੱਖਰਾ ਤੇ ਕੋਈ ਹੈ ਨਹੀਂ। ਵੱਖਰੇ ਨੂੰ ਕਿਹਾ ਜਾਂਦਾ ਵਾ ਮੇਰਾ ਮੇਰਾ ਤੇ ਜੋ ਆਪਣਾ ਹੀ ਆ ਉਹਨੂੰ ਥੋੜੀ ਕਿਹਾ ਜਾਣਾ ਮੇਰਾ ਮੇਰਾ। ਜਿਹੜੇ ਵੱਖਰੇ ਤਾਂ ਆਪਾਂ ਕਹਾਂਗੇ ਮੇਰਾ ਜੋ ਹੁਣ ਹੱਥ ਆ ਅੱਖਾਂ ਪੈ ਗਏ ਇਹਨੂੰ ਥੋੜੀ ਆਪਾਂ ਰੋਜ਼ ਰੋਜ਼ ਕਹੀ ਜਾਂਦੇ ਤਿਆਗ ਦੇਣਾ ਕਰ। ਸਿੱਧਾ ਜਿਹਾ ਅਰਥ ਮੈਂ ਮੇਰੀ ਦਾ ਵੀ ਆ ਵੀ ਜਿਹੜਾ ਹੰਗਤਾ ਮਮਤਾ ਨਾ ਮੈਂ ਦੁਖੀ ਆ ਮੈਂ ਸੁਖੀ ਆ ਮੇਰੇ ਐਵੇਂ ਆ ਮੇਰੀ ਆ ਮੇਰਾ ਹੀ ਆ ਇਹ ਜਿਹੜਾ ਖਿਆਲ ਛੱਡ ਦੇ ਸੰਕਲਪ ਦਾ ਅਰਥ ਸਿਆ ਖਿਆਲ ਛੱਡ ਦੇਣਾ ਕਰ। ਸੁਖ ਮੈਂ ਸੂਖਮ ਅਵਨ ਵਿਵਹਾਰ ਸੂਖਮ ਇਹ ਸੂਖਮ ਪਾਠ ਕੀ ਹੈਗਾ ਵਾ ਸੂਖਮ ਜਾਂ ਸੂਖਮ ਹੈ ਅਵਨ ਵਿਹਾਰ ਸੁੱਖ ਕਹੀਏ ਨਾਲ ਦੇ ਨਾਲ ਆਪਣੀ ਪ੍ਰਾਲਬਧ ਅਨੁਸਾਰ ਜੋ ਕਰਮਾਂ ਵਿੱਚ ਹੈਗਾ ਨਾ ਕਿਸਮਤ ਦੇ ਅਨੁਸਾਰ ਅਮਨ ਕਹੀਏ ਧਰਤੀ ਉੱਤੇ ਵਿਵਹਾਰ ਵਿਚਰਨਾ ਕਰ। ਵਿਵਹਾਰ ਦਾ ਅਰਥ ਵਿਹਾਰ ਕਰਨਾ ਕਰ ਵਿਚਰਨਾ ਕਰ। ਅਮਨ ਕਹੀਏ ਧਰਤੀ ਉੱਪਰ ਸੁੱਖ ਮੈਂ ਕਹੀਏ ਸੁੱਖ ਦੇ ਨਾਲ ਸੁੱਖ ਮੈਂ ਅੱਡ ਪਾਠ ਸੁੱਖ ਦੇ ਨਾਲ ਆਨੰਦ ਨਾਲ ਧਰਤੀ ਉੱਪਰ ਵਿਚਰਨਾ ਕਰ। ਇਹ ਪਾਠ ਵੀ ਰਿਹਾ ਸੁੱਖ ਮੈਂ ਅਮਨ ਵਿਵਹਾਰ ਐਵੇਂ ਵੀ ਬਣਦਾ ਵੀ ਸੁੱਖ ਮੈਂ ਸੁੱਖ ਦੇ ਵਿੱਚ ਰਹਿ ਕੇ ਤੇ ਅਮਨ ਧਰਤੀ ਉੱਤੇ ਵਿਹਾਰ ਵਿਚਰਨਾ ਕਰ। ਜਾਂ ਵੀ ਮੈਂ ਮੇਰੀ ਸੰਕਲਪ ਤਾਂ ਜੇ ਸੰਕਲਪ ਖਿਆਲ ਛੱਡਦੇ ਮੈਂ ਮੇਰੀ ਨੇ ਕਿਉਂਕਿ ਅੰਤਰੇ ਹਉਮੈ ਮਮਤਾ ਕਾਮ ਕੋ ਰੋਚਿਤ ਰਾਈ ਰਾਮ ਅੰਤਰ ਚਿਤ ਰਾਈ ਥਾਏ ਨਾ ਪਾਈ ਵਿਰਥਾ ਜਨਮ ਗਵਾਇਆ। ਏਦਾਂ ਨਾ ਹੋਵੇ ਤੇ ਜਦੋਂ ਮੈਂ ਮੇਰੀ ਦਾ ਸੰਕਲਪ ਛੱਡ ਦੇਵੇਂਗਾ ਤੇ ਅਵਨ ਵਿਵਹਾਰ ਅਵਨ ਕਹੀਏ ਧਰਤੀ ਦੇ ਜਿਹੜੇ ਵਿਵਹਾਰ ਕੰਮ ਲੈਣ ਦੇਣ ਆ ਸਾਰੇ ਸੁੱਖ ਮੈਂ ਸੁੱਖ ਰੂਪ ਹੀ ਹੋ ਜਾਣਗੇ।
ਇਵੇਂ ਵੀ ਅਰਥ ਲੱਗ ਜਾਂਦਾ। ਉੱਦਾਂ ਦੇ ਵੀ ਸੁੱਖ ਵਿੱਚ ਧਰਤੀ ਤੇ ਰਹਿ ਕੇ ਤੇ ਵਿਹਾਰ ਕਰ ਵਿੱਚ ਨਾ ਕਰ। ਦੂਜਾ ਅਰਥ ਹੈ ਵੀ ਸੁੱਖ ਮੈਂ ਬਿੰਦੀ ਤੋਂ ਬਿਨਾਂ, ਵੀ ਸੁੱਖ ਰੂਪ ਹੀ ਤੇਰੇ ਸਾਰੀ ਧਰਤੀ ਦੇ ਜਿਹੜੇ ਆ ਵਿਹਾਰਕ ਹੀ ਕੰਮ ਹੋ ਜਾਣਗੇ। ਜਗ ਤੋਂ ਮੈਂ ਤੂੰ ਜਗ ਤੋਂ ਮੈਂ, ਤੂੰ ਬ੍ਰਹਮ ਰੂਪ ਹੋਣ ਕਰਕੇ ਜਗਤ, ਤੂੰ ਵੀ ਤੇਰਾ ਜਿਹੜਾ ਆਤਮਾ ਪਰਮੇਸ਼ਰ ਉੱਪਰ ਆਇਆ ਨਾ ਵੀ ਉਹ ਨਿਰਵਿਕਲਪ ਵਿਆਪਕ ਅਮਲ ਸੁਖ ਸਰੂਪ, ਉਹ ਬ੍ਰਹਮੀ ਆ। ਇਸ ਤਰ੍ਹਾਂ ਬ੍ਰਹਮ ਰੂਪ ਹੋਣ ਕਰਕੇ ਨਾ ਤੂੰ ਜਿਹੜਾ ਜਗਤ ਮੈਂ, ਜਗਤ ਤੋਂ ਜਗਤ ਜਿਹੜਾ ਵਾ ਨਾ ਉਹ ਤੇਰੇ ਵਿੱਚ ਕਲਪਤ ਰੂਪ ਆ। ਆ ਜਗਤ ਸਾਰਾ ਕਲਪਤ ਹੀ ਆ, ਇਸ ਕਰਕੇ ਉਹ ਕਲਪਤ ਜਗਤ ਤੇਰੇ ਵਿੱਚ ਹੀ ਆ। ਤੂੰ ਜਗਤ ਦੇ ਵਿੱਚ ਹੈ, ਤੂੰ ਜਗਤ ਮੈਂ, ਤੂੰ ਜਗਤ ਵਿੱਚ ਹੈ। ਮਤਲਬ ਬ੍ਰਹਮ ਰੂਪ ਹੋਣ ਕਰਕੇ, ਪ੍ਰਕਾਸ਼ ਰੂਪ ਆਸਰਾ ਰੂਪ ਹੋਣ ਕਰਕੇ ਤੂੰ ਸੰਸਾਰ ਦਾ ਅਧਿਸ਼ਠਾਨ ਰੂਪ ਹੈ, ਆਸਰਾ ਰੂਪ ਹੈ, ਪ੍ਰਕਾਸ਼ ਰੂਪ ਹੈ ਸੰਸਾਰ ਦਾ। ਤੇਰਾ ਹੀ ਆਤਮਾ ਸਭ ਪ੍ਰਕਾਸ਼ ਕਰ ਰਿਹਾ। ਇਹ ਜਿਹੜਾ ਗਿਆਨ ਹੋ ਜਾ ਉਹਦੇ ਵਾਸਤੇ ਆ। ਜੇ ਸਾਰੀ ਸ੍ਰਿਸ਼ਟੀ ਨੂੰ ਗਿਆਨ ਹੋ ਜਾਏ ਫਿਰ ਉਹ ਸਾਰੀ ਸ੍ਰਿਸ਼ਟੀ ਇਹ ਗੱਲ ਕਹਿ ਸਕਦੀ। ਹੁਣ ਇੱਥੇ ਇੱਕ ਗਿਆਨੀ ਨੂੰ ਗਿਆਨ ਹੈ, ਜਿਵੇਂ ਗੁਰੂ ਸਿੱਖ ਨੂੰ ਕਹਿ ਰਹੇ ਕਿ ਜਗਤ ਦਾ ਅਧਿਸ਼ਠਾਨ ਰੂਪ ਹੈ ਤੂੰ, ਤੇ ਪ੍ਰਕਾਸ਼ ਤੇ ਆਸਰਾ ਰੂਪ ਹੈ। ਯੋ ਲੈ ਤਜ ਅਹੰਕਾਰ, ਇਉਂ ਲੈ ਕੇ ਜਾਣ ਕੇ ਨਾ ਜਿਹੜਾ ਜੀਵ ਭਾਵ ਦੀ ਹੰਗਤਾ ਤਿਆਗ ਨਾ ਕਰ ਵੀ ਮੈਂ ਜੀਵ ਹਾਂ, ਤੂੰ ਤੇ ਬ੍ਰਹਮ ਰੂਪ ਹੀ ਹਾਂ। ਮੈਂ ਮੇਰੀ ਸੰਕਲਪ ਤਜ, ਮੈਂ ਕਹੀਏ ਇਹ ਮੈਂ ਸਰੀਰ ਰੂਪ ਹਾਂ, ਮਨ ਰੂਪ ਹਾਂ, ਬੁੱਧ ਰੂਪ ਹਾਂ, ਚਿੱਤ ਰੂਪ ਹਾਂ। ਇਹ ਜਿਹੜੀ ਮੈਂ ਹੈ, ਮੇਰੀ ਦਾ ਅਰਥ ਇਹ ਮੇਰੀ ਦੇਹ ਅਥਵਾ ਮੇਰੀ ਵਸਤੂ ਹੈ, ਮੇਰਾ ਹੀ ਆ, ਮੇਰੇ ਹੀ ਆ। ਇਸ ਵਿਚਾਰ ਜਿਹੜੇ ਸਮੇਤ ਸਾਰੇ ਸੰਕਲਪ ਖਿਆਲ ਜੀ ਤਜ ਗਈ ਛੱਡ ਦੇਣਾ ਕਰ ਦਾ ਮਤਲਬ ਸਿੱਧਾ ਜਾ ਵੀ ਮੇਰ ਤੇ ਜਿਹੜਾ ਨਾ ਉਹਦਾ ਸੰਕਲਪ ਛੱਡ। ਤੇ ਸੂਖਮ ਅਮਨ ਵਿਵਹਾਰ, ਇਹ ਮਨ ਰੂਪ ਜਿਹੜਾ ਅਮਨ ਕਹੀਏ ਧਰਤੀ ਤੇ ਵਿਹਾਰ ਕੰਮ ਕਾਜ ਸੂਖਮ ਹੋ ਜਾਂਦੇ ਅਥਵਾ ਸੂਖਮ ਕਰਨੇ ਹੈ ਕਰ। ਸੂਖਮ ਭਾਵ ਬੜੀ ਬਰੀਕੀ ਦੇ ਨਾਲ ਧਰਤੀ ਦੇ ਜਿਹੜੇ ਵਿਹਾਰ ਕੰਮ ਆ ਕਾਜ ਉਹ ਸੂਖਮ ਫਿਰ ਹੋ ਜਾਂਦੇ ਆ ਮਨ ਰੂਪ ਧਰਤੀ ਤੇ। ਅਥਵਾ ਆਪਣੀ ਜਿਹੜੀ ਬੁੱਧੀ ਆ, ਬੁੱਧੀ ਰੂਪ ਧਰਤੀ ਆ। ਬੁੱਧੀ ਰੂਪ ਧਰਤੀ ਤੋਂ ਜੈਸੇ ਕਿਸੇ ਸੋਤੇ ਹੋਏ ਪ੍ਰਾਣੀ ਨੂੰ ਸੂਖਮ ਜਿਹੜੇ ਸੁਪਨੇ ਵਿੱਚ ਡਰ ਲੱਗਦਾ ਹੈ, ਜਦੋਂ ਜਾਗਦਾ ਤਾਂ ਨਾ ਡਰ ਦੇਣ ਵਾਲੀ ਚੀਜ਼ ਨਾ ਹੀ ਡਰ ਮੰਨਣ ਵਾਲੀ ਚੀਜ਼ ਦਿਖਦੀ। ਇਸੇ ਪ੍ਰਕਾਰ ਹੀ ਸੰਸਾਰ ਨੂੰ ਧਰਤੀ ਦੇ ਸੁੱਤੇ ਪ੍ਰਾਣੀ ਦੇ ਸੂਖਮ ਸੁਪਨੇ ਦੇ ਵਿਹਾਰ ਵਾਂਗ ਮੰਨਣਾ ਕਰ। ਜਿਹੜਾ ਸੰਸਾਰ ਹੈ ਨਾ ਉਹਨੂੰ ਧਰਤੀ ਤੇ ਸੁੱਤਾ ਜਿਹੜਾ ਪ੍ਰਾਣੀ ਹੈ ਨਾ, ਪ੍ਰਾਣੀ ਦੇ ਜਿਹੜੇ ਸੂਖਮ ਗਈਏ ਸੁਪਨੇ ਦੇ ਵਿਹਾਰ ਵਾਂਗ ਮੰਨਣਾ ਕਰ। ਇਸ ਨੂੰ ਦ੍ਰਿੜ ਕਰਾਉਣ ਲਈ ਜਿਹੜਾ ਨਾ ਅੱਗੇ ਦੋਹਰਾ ਆਖਣਗੇ। ਇਹ ਗੱਲ ਨੂੰ ਕਿਆ ਕਰ ਲਈ ਨਾ ਅੱਗੇ ਜਿਹੜਾ ਸਮਝਾਉਣਗੇ। ਜਗਤ ਮੈਂ ਤੂੰ ਜਗਤ ਮੈਂ, ਉਹ ਕਿਉਂ ਗਿਆ ਵਾ? ਕਿਉਂਕਿ ਉੱਤੇ ਜਿਹੜਾ ਵਿਆਪਕ ਸ਼ਬਦ ਗਿਆ, ਵਿਆਪਕ ਹੋਣੇ ਕਰਕੇ ਉਦੋਂ ਤੇਰਾ ਆਤਮਾ ਬ੍ਰਹਮ ਰੂਪ ਆ, ਜਿਸ ਕਰਕੇ ਸੰਸਾਰ ਤੋਂ ਜਿਹੜਾ ਵਾ ਉਹ ਤੇਰੇ ਵਿੱਚ ਆ। ਕਿਉਂਕਿ ਤੇਰਾ ਹੀ ਆਤਮਾ ਸਾਰੇ ਥਾਂ ਪਰਿਪੂਰਨ ਆ, ਤੂੰ ਬ੍ਰਹਮ ਰੂਪ ਆ ਹੈ ਤੇ ਤੂੰ ਜਗਤ ਵਿੱਚ ਆ। ਜਗਤ ਤੇਰੇ ਵਿੱਚ, ਤੂੰ ਜਗਤ ਵਿੱਚ। ਓਤ ਪੋਤ ਵਾਲਾ ਕੰਮ, ਤਾਣੇ ਪੇਟੇ ਵਾਲਾ ਕੰਮ ਹੈ। ਤਾਣਾ ਪੇਟਾ ਜਿਹੜਾ ਇਕੱਠੇ ਨਾ ਮੰਜੇ ਦੇ ਉੱਪਰ ਜਿਹੜਾ ਵਾਣ ਬਣਿਆ ਹੁੰਦਾ, ਇੱਕ ਦੂਜੇ ਵਿੱਚ ਧਾਗੇ ਤਿਰਛੇ ਜਿਹੜੇ ਹੋਏ ਹੁੰਦੇ ਆ, ਜਦੋਂ ਆਪਾਂ ਉੱਨ ਦੇ ਮੰਜਿਆਂ ਨੂੰ ਤੇ ਧਾਗੇ ਤਿਰਛੇ ਲੱਗੇ ਨਾ ਇੱਕ ਦੂਜੇ ਵਿੱਚ ਐ ਮਿਲੇ ਜੁਲੇ ਆ,
ਇਸ ਤਰ੍ਹਾਂ ਸੰਸਾਰ ਦੇ ਵਿੱਚ ਤੂੰ ਅਤੇ ਸੰਸਾਰ ਤੇਰੇ ਵਿੱਚ ਆ। ਇਉਂ ਜਾਣ ਕੇ ਫਿਰ ਜਿਹੜਾ ਹੰਕਾਰ ਹੈ ਨਾ, ਹੰਗਤਾ ਮਮਤਾ, ਉਹ ਤੂੰ ਛੱਡ ਹੀ ਦੇਣੀ ਕਰ। ਹੰਕਾਰ ਕਾਹਦਾ, ਕਿਸ ਕੰਮ ਦਾ ਹੰਕਾਰ ਕਰਨਾ? ਸਾਰਾ ਹੀ ਤੇਰਾ ਹੀ ਆਪਾ ਆ। ਹੰਕਾਰ ਕਰੀਦਾ ਦੂਜੇ ਨਾਲ, ਹੈ ਵੀ ਮੈਂ ਐਵੇਂ ਆ ਜੀ, ਤੁਸੀਂ ਕੀ ਜੇ। ਉਹ ਜਿੱਤ ਭੇਦ ਦ੍ਰਿਸ਼ਟੀ ਹੈਗੀ ਆ, ਉਹਨਾਂ ਚਿਰ ਗਿਆਨ ਨਹੀਂ ਹੈਗਾ। ਤੇ ਜਿਹੜਾ ਹੰਕਾਰ ਉਹਦੇ ਤਾਂ ਹੀ ਕਰੀਦਾ ਨਾ, ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ। ਇਹਦੇ ਸਾਰਾ ਤੇਰਾ ਰੂਪ ਆ, ਮਾੜਾ ਕਿਹਨੂੰ ਦਿਖਾਉਣਾ, ਨੀਵਾਂ ਕਿਹਨੂੰ ਦਿਖਾਉਣਾ। ਇਉਂ ਜਾਣ ਕੇ ਤੇ ਤੂੰ ਹੰਕਾਰ, ਹੰਗਤਾ ਮਮਤਾ ਛੱਡ। ਤੂੰ ਤੇ ਸਗੋਂ ਸੰਸਾਰ ਦਾ ਅਧਿਸ਼ਠਾਨ ਰੂਪ ਆ। ਭਾਵ ਦੇਹ ਰੂਪੀ ਜਿਹੜੇ ਪੁਤਲੀਆਂ ਦੇ ਵਿੱਚ ਆਤਮਾ, ਉਹ ਤੇਰਾ ਹੀ ਪ੍ਰਕਾਸ਼ ਕਰ ਰਿਹਾ, ਤੇਰਾ ਆਤਮਾ ਹੀ। ਤੇ ਉਹ ਫਿਰ ਤੇਰਾ ਆਪਾ ਹੀ ਆ। ਹੰਕਾਰ ਕਰਦਾ ਕਰਨਾ। ਮੈਂ ਮੇਰੀ ਸੰਕਲਪ ਆ ਜਾ, ਮੈਂ ਮੇਰੀ ਦਾ ਵੀ ਕਿਆ ਛੱਡ ਦੇ। ਮੈਂ ਮੇਰੀ ਵੀ ਦੂਜਿਆਂ ਨੂੰ ਕਹੀਦਾ ਆ ਵੀ ਮੈਂ ਏਦਾਂ ਵਾ, ਆ ਮੇਰੀ ਆ ਵੀ ਜ਼ਮੀਨ, ਤੂੰ ਕੀ ਲੱਗਦਾ ਇਹਦਾ? ਤੂੰ ਤੇ ਕੋਈ ਹੈ ਹੀ ਨਹੀਂ ਹੈ, ਹੈਂ। ਸਭ ਥਾਂ ਤੇਰਾ ਆਪਾ ਹੀ ਹੈ। ਇਸ ਕਰਕੇ ਮੈਂ ਮੇਰੀ ਦਾ ਖਿਆਲ ਹੀ ਛੱਡ ਦੇ। ਸੂਖਮ ਅਵਨ ਵਿਵਹਾਰੇ, ਦੂਸਰਾ ਪਾਠ ਆ ਸੂਖਮ ਵਾਲਾ। ਫਿਰ ਜਿਹੜੇ ਧਰਤੀ ਦੇ ਵਿਹਾਰ ਲੈਂਦੇ ਨਾ, ਤੇਰੇ ਸਾਰੇ ਸੂਖਮ ਹੋ ਜਾਣਗੇ, ਛੋਟੇ ਪੈ ਜਾਣਗੇ। ਮਤਲਬ ਆਉਂਦੇ ਵੱਡੇ ਆ, ਉਹਨਾਂ ਵੱਡਿਆਂ ਕਰਕੇ ਮੈਂ ਮੇਰੀ ਕਰਦਾ, ਮੇਰੇ ਇੰਨੇ ਕੰਮ ਪਏ ਆ, ਮੈਂ ਤੇ ਆਹ ਕੁਝ ਕਰਨਾ ਅਜੇ। ਤੇਰਾ ਆਤਮਾ ਸਾਰੇ ਕੰਮਾਂ ਤੋਂ ਪਰੇ ਆ, ਅਕਿਰਿਆ। ਇਸ ਤਰ੍ਹਾਂ ਮਹਾਰਾਜ ਸੰਤ ਜੀ ਸਾਨੂੰ ਸਮਝਾ ਰਹੇ ਆ। ਜੇਕਰ ਤੇਰੇ ਮਨ ਵਿੱਚ ਇਹ ਸੰਸਾ ਵੀ ਹੋ ਜਾਵੇ ਕਿ ਸੰਸਾਰ ਦੀ ਪ੍ਰਤੀਤੀ ਕਰਕੇ ਤਤਵ ਗਿਆਨ ਦੀ ਹਾਨੀ ਹੋਵੇਗੀ, ਵੀ ਜਿਹੜਾ ਤਤ ਗਿਆਨ, ਬ੍ਰਹਮ ਗਿਆਨ ਦੀ ਹਾਨੀ ਹੋਊਗੀ, ਤੇ ਉਹ ਮੇਰਾ ਵੀ ਜੇ ਮੈਂ ਸੰਸਾਰ ਵਿੱਚ ਦੀ ਪ੍ਰਤੀਤੀ ਕਰੂੰਗਾ ਵੀ ਸੰਸਾਰ ਸੱਚ ਆ, ਤੇ ਕਹਿੰਦੇ ਵੀ ਭਾਈ ਅੱਗੇ ਸੁਣਨਾ ਕਰ। ਅਗਿਆਨ ਨੀਂਦ ਸੁਪਨੋ ਜਗਤ। ਜਿਵੇਂ ਅਗਿਆਨ ਕਹੀਏ ਬੇਸਮਝੀ ਦੇ ਕਾਰਨ, ਨੀਂਦ ਕਹੀਏ ਸੁੱਤੇ ਹਾਂ, ਸੁਪਨ ਅਵਸਥਾ ਵਿੱਚ ਜੀਵ ਨੂੰ ਕਿਤੇ ਜਗਤ ਜਿਹੜਾ ਸੰਸਾਰ ਵਿੱਚ ਭਾਵੇਂ ਸੁੱਖਨ ਕਹੂੰ ਤਰਾਸ, ਸੰਸਾਰ ਵਿੱਚ ਰਹਿੰਦੇ ਕਿਤੇ ਸੰਸਾਰ ਵਿੱਚ ਸੁੱਖ ਕਹੀਏ ਸੁੱਖ, ਤੇ ਕਹੂੰ ਕਹੀਏ ਕਿਤੇ ਤਰਾਸ, ਜਿਹੜਾ ਡਰ ਭਾਵ ਦੁੱਖ ਪ੍ਰਤੀਤ ਭਇਓ ਹੁੰਦਾ। ਹਾਂ, ਅਗਿਆਨ ਨੀਂਦ ਸੁਪਨੋ ਜਗਤ। ਗਿਆਨ ਭਇਓ ਜਾਗਿਓ ਜਬੈ, ਤੇ ਜਬੈ ਕਹੀਏ ਜਦੋਂ ਜੀਵ ਜਾਗਿਓ ਜਾਗਦਾ ਹੈ, ਤਦੋਂ ਸਾਰੀ ਉਹਨੂੰ ਗਿਆਨ ਗਿਆਤ ਅਵਸਥਾ ਭਇਓ ਹੋ ਆਉਂਦੀ। ਦ੍ਰਿਸ਼ਟ ਦਾ ਭਾਸ ਕਿ ਮੈਂ ਤਾਂ ਸੁਪਨਾ ਹੀ ਦੇਖ ਰਿਹਾ ਸੀ। ਜੋ ਕੁਝ ਸੁਪਨੇ ਵਿੱਚ ਦ੍ਰਿਸ਼ਟ ਦ੍ਰਿਸ਼ਟ ਕਹੀਏ ਦੇਖਦਾ ਹੁੰਦਾ ਹੈ, ਅਦ੍ਰਿਸ਼ਟ ਕਹੀਏ ਨਾ ਦਿਖਣ ਵਾਲਾ ਭਾਸ ਪ੍ਰਤੀਤ ਹੋਣ ਲੱਗ ਜਾਂਦਾ। ਜਿਵੇਂ ਨਰਪਤੀ ਇੱਕ ਸਿੰਘਾਸਣ ਸੋਇਆ, ਸੁਪਨੇ ਭਇਆ ਵਿਖਾਰੀ, ਅਛਤ ਰਾਜ ਬਿਚਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਭਗਤ ਰਵਿਦਾਸ ਜੀ ਦਾ ਬਚਨ ਹੁੰਦਾ ਜੀ, ਨਰਾਂ ਦਾ ਪਤੀ ਇੱਕ ਰਾਜਾ ਸਿੰਘਾਸਣ ਤੇ ਸੌਂ ਗਿਆ, ਸੁਪਨੇ ਵਿੱਚ ਬੜਾ ਤਗੜਾ ਭਿਖਾਰੀ ਹੋ ਗਿਆ, ਤੇ ਆਪਣਾ ਜਿਹੜਾ ਰਾਜ ਸੀ ਨਾ ਬੜਾ ਤਗੜਾ, ਉਹ ਰਾਜ ਵਿਛੜ ਗਿਆ, ਬੜਾ ਦੁੱਖ ਪਾਇਆ ਕਿ ਮੇਰਾ ਰਾਜ ਚਲਾ ਗਿਆ। ਸੁਪਨੇ ਵਿੱਚ ਹੀ ਸਾਰਾ ਕੁਝ ਵੇਖਣ ਡਿਆ, ਬੜਾ ਉਹਨੇ ਜਿਹੜਾ ਦੁੱਖ ਮਨਾਇਆ। ਜਦੋਂ ਜਾਗਿਆ ਤੇ ਕੋਈ ਬਘਿਆੜ ਨੇ ਉਹਨੂੰ ਨਹੀਂ ਸੀ ਖਾਧਾ, 9/9 ਸੀ ਉਹ, ਤੇ ਸੁਪਨੇ ਵਿੱਚ ਵਿਚਾਰੇ ਦੀ ਬੁਰੀ ਹਾਲਤ ਹੋ ਗਈ। ਗਿਆਨ ਨੀਤ ਸੁਪਨੋ ਜਗਤ। ਇਹ ਜਿਹੜਾ ਜੀਵ ਹੈ ਨਾ, ਇਹ ਸਿੱਖ
ਅਗਿਆਨ ਕਹੀਏ ਸਰੂਪ ਦੀ ਜਿਹੜੀ ਸਮਝ ਰੂਪੀ ਨੀਂਦ ਵਿੱਚ ਜਗਤ ਦੀ ਪ੍ਰਤੀਤੀ ਰੂਪ ਸੁਪਨਾ ਆਇਆ ਹੈ। ਇਸ ਜਗਤ ਨੂੰ ਰੂਪ ਸੁਪਨੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਭਇਓ ਸੁਪਨ ਕਹੋ ਤਰਾਸ। ਵਿਕਾਰਾਂ ਦਾ ਕਹੋ ਗਈਏ, ਵਿਕਾਰਾਂ ਦਾ ਦੁੱਖ ਰੂਪ ਡਰ ਪ੍ਰਾਪਤ ਹੋ ਰਿਹਾ ਇਹ ਜੀਵ ਨੂੰ। ਅਗਿਆਨ ਕਹੀਏ ਜਿਹੜਾ ਸਰੂਪ ਦੀ ਆਤਮ ਸਰੂਪ ਦੀ ਸੋਝੀ ਨੀਂਦ ਹੈ, ਇਸ ਰੂਪੀ ਨੀਂਦ ਆਉਣ ਕਰਕੇ ਗਿਆਨ ਭਇਓ ਜਾਗੋ ਜਾਵੇ। ਜਦੋਂ ਅਵਿਦਿਆ ਰੂਪੀ ਨੀਂਦ ਨੂੰ ਤਿਆਗ ਕੇ ਸਰੂਪ ਦੀ ਸੋਝੀ ਭਾਵ ਗਿਆਨ ਹੋਣ ਰੂਪੀ ਜਾਗ ਆਈ ਹੈ ਤਾਂ ਦ੍ਰਿਸ਼ਟਾ ਦ੍ਰਿਸ਼ਟ ਨਾਲ ਪਾਸ। ਦ੍ਰਿਸ਼ਟਾ ਕਹੀਏ ਦੇਖਣ ਵਾਲਾ ਆਪ ਅਤੇ ਦ੍ਰਿਸ਼ਟ ਕਹੀਏ ਨਜ਼ਰ ਵਾਲਾ ਸੰਸਾਰ। ਕੁਝ ਵੀ ਭਾਸ ਪ੍ਰਤੀਤ ਨਹੀਂ ਹੋਇਆ, ਫੇਰ ਨਹੀਂ ਇਹਨੂੰ ਕੁਝ ਵੀ ਹੋਇਆ। ਹਾਂਜੀ, ਦੋਹਰਾ ਅਗਿਆਨ ਨੀਂਦ ਸੁਪਨੋ ਜਗਤ। ਥੋੜਾ ਸਮਝਣ ਚ ਔਖਾ ਏ। ਅਗਿਆਨ ਨੀਂਦ ਸੁਪਨੋ ਜਗਤ ਵੀ ਜਿਵੇਂ ਅਗਿਆਨ ਕਹੀਏ ਬੇਸਮਝੀ ਦੇ ਕਾਰਨ ਨੀਂਦ ਕਹੀਏ ਸੁੱਤਿਆਂ ਸੁਪਨ ਅਵਸਥਾ ਵਿੱਚ ਜੀਵ ਨੂੰ ਇਹ ਜਿਹੜਾ ਜਗਤ ਆ ਇਹ ਜਗਤ ਵਿੱਚ ਭਇਓ ਸੁਖਨ ਕਹੂੰ ਤਰਾਸ। ਕਿਤੇ ਤੇ ਕਹੂੰ ਕਹੀਏ ਕਿਤੇ ਤੇ ਇਹਨੂੰ ਡਰ ਪੈਦਾ ਹੁੰਦਾ ਤੇ ਕਦੇ ਸੁਖਨ ਸੁਖ ਇਹਨੂੰ ਪ੍ਰਤੀਤ ਹੁੰਦਾ। ਠੀਕ ਆ, ਸੰਸਾਰ ਦੀ ਜਦੋਂ ਪ੍ਰਤੀਤੀ ਹੁੰਦੀ ਹੈ ਨਾ ਤਾਂ ਸੰਸਾਰ ਦੀ ਪ੍ਰਤੀਤੀ ਕਰਕੇ ਸੁਪਨੇ ਵਿੱਚ ਸੁੱਤਿਆ ਹੋਇਆ ਇਹਨੂੰ ਕਦੀ ਤੇ ਡਰ ਲੱਗਦਾ, ਕਦੀ ਸੁੱਖ ਪੈਦਾ ਹੁੰਦਾ, ਕਦੀ ਰਾਜਾ ਬਣਦਾ, ਕਦੀ ਭਿਖਾਰੀ ਬਣਦਾ। ਗਿਆਨ ਭਇਓ ਜਾਗਿਓ ਜਾਵੇ। ਤੇ ਜਦੋਂ ਹੀ ਇਹ ਜਾਗਦਾ ਜਾਗਿਓ ਜਾਵੇ, ਜਦੋਂ ਹੀ ਇਹ ਜਾਗਦਾ ਹੈ ਗਿਆਨ ਭਇਓ, ਉਦੋਂ ਹੀ ਇਹਨੂੰ ਗਿਆਨ ਅਵਸਥਾ ਹੋਣੇ ਕਰਕੇ ਗਿਆਨ ਹੋ ਜਾਂਦਾ। ਭਾਵ ਨੀਂਦ ਖੁੱਲ ਜਾਂਦੀ ਹੈ ਤੇ ਨੀਂਦ ਨੱਠ ਜਾਂਦੀ ਹੈ। ਤੇ ਜਿਹੜਾ ਦ੍ਰਿਸ਼ਟਾ ਇਹ ਦੇਖ ਰਿਹਾ ਸੀ ਨਾ ਸੁਪਨੇ ਵਿੱਚ, ਜਿਹੜਾ ਦ੍ਰਿਸ਼ਟਾ ਦੇਖਣਾ ਨੂੰ ਭਾਸ ਗਈ ਪ੍ਰਤੀਤ ਹੋ ਰਿਹਾ ਸੀ, ਫਿਰ ਉਹ ਇੱਥੇ ਕੰਨਾਂ ਵਿੱਚੋਂ ਐੜਾ ਨਿਕਲ ਆਉਣਾ, ਅਦ੍ਰਿਸ਼ਟ ਹੋ ਜਾਣਾ। ਅਦ੍ਰਿਸ਼ਟ ਹੁੰਦਾ ਨਾ ਦਿਖਣ ਵਾਲਾ ਫਿਰ ਇਹਨੂੰ ਭਾਸ ਪ੍ਰਤੀਤ ਹੋਣ ਲੱਗ ਜਾਂਦਾ। ਭਾਵ ਜਦੋਂ ਉਹ ਜਿਹੜਾ ਕਿੰਨਾ ਡਰਨ ਡਿਆ ਸੀ, ਕਿਵੇਂ ਸੁਖੀ ਹੋਣ ਡਿਆ ਸੀ। ਜਿਵੇਂ ਕੋਈ ਆਪਾਂ ਸੁਪਨੇ ਵੇਖਦੇ ਹੀ ਹਾਂ ਤੇ ਸੁਪਨੇ ਵਿੱਚ ਕਿਤੇ ਬੜੇ ਨੱਚਣ ਟੱਪਣ ਡੇ ਹੁੰਦੇ, ਜਦੋਂ ਉੱਠਦੇ ਆ ਤੇ ਜਾਂ ਕੋਈ ਠਾ ਦਿੰਦਾ ਫਿਰ ਕਹਿੰਦੇ ਵੀ ਉਹ ਐਵੇਂ ਠਾ ਦਿੱਤਾ ਜੀ, ਮੈਨੂੰ ਤਾਂ ਵਾਹ ਅੱਜ ਸੁੱਖ ਹੋਣ ਡਿਆ ਸੀ। ਤੇ ਜਦੋਂ ਨੀਂਦ ਖੁੱਲੀ ਤੇ ਕੋਈ ਸੁੱਖ ਨਹੀਂ। ਤੇ ਜੇ ਕੋਈ ਦੁੱਖ ਦਾ ਸੁਪਨਾ ਵੇਖਣ ਡਿਆ ਹੋਵੇ, ਜਿਹੜਾ ਪਰੇਸ਼ਾਨ ਹੋਣ ਡਿਆ, ਕਈ ਤੇ ਬੜਬੜਾਉਣ ਲੱਗ ਪੈਂਦੇ, ਤੇ ਜਦੋਂ ਉੱਥੋਂ ਨੀਂਦ ਵਿੱਚ ਉਠਾਇਆ ਜਾਂਦਾ ਉਹ ਬੰਦਾ ਝੱਟ ਦੇਣੀ ਉੱਠਦਾ ਤੇ ਠਾਉਣ ਵਾਲੇ ਦਾ ਸ਼ੁਕਰਾਨਾ ਕਰਦਾ, ਕਹਿੰਦਾ ਚੰਗਾ ਕੀਤਾ, ਮੇਰੇ ਸੁਪਨਾ ਹੀ ਬੜਾ ਮਾੜਾ ਆਉਣ ਡਿਆ ਸੀ। ਤੇ ਉਹ ਸੁਪਨੇ ਵਿੱਚ ਡਰਿਆ ਹੁੰਦਾ, ਪਰ ਉਹ ਨੀਂਦ ਖੋਲ੍ਹਦਿਆਂ ਹੀ ਜਿਹੜਾ ਸੁਪਨੇ 'ਚ ਡਰ ਆਉਣ ਡਿਆ ਸੀ ਉਹ ਸਾਰਾ ਹੀ ਮਿਟ ਜਾਂਦਾ। ਜਾਗਦੇ ਗਿਆਨ ਹੁੰਦਿਆਂ ਹੀ ਉੱਠਦਿਆਂ ਹੀ ਜਾਗਰਤ ਅਵਸਥਾ ਹੁੰਦਿਆਂ ਹੀ ਫਿਰ ਤੇ ਜੋ ਸੁਪਨੇ ਵਿੱਚ ਦ੍ਰਿਸ਼ਟਾ ਦੇਖਣ ਵਾਲਾ ਸੀ ਤੇ ਅਦ੍ਰਿਸ਼ਟ ਉਹ ਤਾਂ ਨਹੀਂ ਨਾ ਫਿਰ ਪ੍ਰਤੀਤ ਹੁੰਦਾ, ਫਿਰ ਸਭ ਭੁੱਲ ਜਾਂਦਾ। ਜਾਂ ਚੇਤੇ ਵੀ ਕਿਤੇ ਰਹਿ ਜੇ ਝਾਕੀਦਾ ਵੀ ਉਹ ਤੇ ਸੁਪਨਾ ਹੀ ਸੀ, ਕੋਈ ਡਰ ਭੈ ਨਹੀਂ ਰਹਿ ਜਾਂਦਾ, ਨਾ ਤੇ ਕੋਈ ਸੁੱਖ ਹੀ ਰਹਿ ਜਾਂਦਾ ਜੇ ਸੁੱਖ ਵਾਲਾ ਸੁਪਨਾ ਹੋਵੇ। ਤੇ ਇਸੇ ਪ੍ਰਕਾਰ ਹੀ ਅਗਿਆਨ ਨੀਂਦ ਸੁਪਨੋ ਜਗਤ। ਅਗਿਆਨ ਦੀ ਨੀਂਦ ਜੀਵ ਨੂੰ ਆਈ ਹੋਈ ਆ। ਇਹ ਸਿੱਖ ਇਹ ਜਿਹੜਾ ਜਗਤ ਹੈ ਨਾ ਇਹ ਸੁਪਨੇ ਦੀ ਨਿਆਈ ਆ। ਭਾਇਓ ਸੁਖਨ ਕਹੂੰ ਤਰਾਸ। ਅਗਿਆਨ ਦੀ ਨੀਂਦ ਕਰਕੇ ਜੀਵ ਜਿਹੜਾ ਨਾ ਸੁੱਤਾ ਹੋਇਆ ਇਹ ਸੁਪਨੇ ਦੀ ਨਿਆਈ ਜਗਤ ਵਿੱਚ, ਜਿਸ ਕਰਕੇ ਕਦੇ ਤੈਨੂੰ ਸੁੱਖ ਪ੍ਰਤੀਤ ਹੋਣ ਡਿਆ ਕਹੂੰ ਤਰਾਸ, ਕਿਤੇ ਨੂੰ ਡਰ ਪ੍ਰਤੀਤ ਹੋਣ ਡਿਆ,
ਗਿਆਨ ਭਇਓ ਜਾਗਿਓ ਜਾਵੇ। ਇਹ ਸਿੱਖ ਜਦੋਂ ਇਸ ਨੂੰ ਬ੍ਰਹਮ ਗਿਆਨ ਹੋ ਜਾਂਦਾ, ਆਤਮ ਸਰੂਪ ਦਾ ਗਿਆਨ ਹੋ ਜਾਂਦਾ ਨਾ, ਤਦੋਂ ਜਾਗਦਾ ਇਹ। ਜਦੋਂ ਆਤਮ ਸਰੂਪ ਦਾ ਗਿਆਨ ਹੋ ਜਾਏ ਨਾ, ਫਿਰ ਇਹ ਜਾਗਦਾ। ਫਿਰ ਪਤਾ ਲੱਗਦਾ ਵੀ ਇਹ ਰਾਗ ਦਵੈਖ ਦੁੱਖ ਸੁੱਖ ਦੇ ਮੇਰੇ ਮਨ ਦੇ ਧਰਮ ਹੈ, ਮੇਰੀ ਆਤਮਾ ਵਿੱਚ ਨਹੀਂ ਹੈ। ਇਹਦੇ ਮਨ ਦੇ ਧਰਮ ਆ, ਮੇਰੀ ਆਤਮਾ ਵਿੱਚ ਤੇ ਦੁੱਖ ਸੁੱਖ ਹੈ ਹੀ ਨਹੀਂ। ਤੇ ਫਿਰ ਦ੍ਰਿਸ਼ਟਾ, ਜਿਹੜਾ ਇਹ ਦ੍ਰਿਸ਼ਟਾ ਅਗਿਆਨ ਦੀ ਨੀਚ ਸੁੱਤਾ ਹੋ ਕੇ ਦੇਖ ਰਿਹਾ ਸੀ ਨਾ, ਦੁੱਖ ਸੁੱਖ ਡਰ ਭੈ, ਉਹ ਫਿਰ ਅਦ੍ਰਿਸ਼ਟ ਨਾ ਪਾਸ, ਇਹਨੂੰ ਫਿਰ ਆਤਮ ਸਰੂਪ ਦੇ ਗਿਆਨ ਕਰਕੇ ਪ੍ਰਤੀਤ ਨਹੀਂ ਹੁੰਦੇ, ਫਿਰ ਉਹ ਨਹੀਂ ਹੁੰਦੇ। ਜਿਵੇਂ ਪ੍ਰਤੱਖ ਉਧਰ ਨੀਂਦ ਖੁੱਲਿਆ ਸਾਰੇ ਦੁੱਖ ਭੈ ਡਰ ਨੱਠ ਜਾਂਦੇ ਆ, ਇਸੇ ਤਰ੍ਹਾਂ ਹੀ ਅਗਿਆਨ ਦੀ ਨੀਂਦ ਖੁੱਲਿਆ, ਆਤਮ ਸਰੂਪ ਦਾ ਗਿਆਨ ਪ੍ਰਕਾਸ਼ ਹੋਇਆ, ਸਾਰੇ ਡਰ ਭੈ ਮੁਕਤ ਹੋ ਜਾਂਦੇ ਆ। ਕਿਉਂਕਿ ਆਤਮਾ ਵਿੱਚ ਦੁੱਖ ਸੁੱਖ ਜੰਮਣ ਮਰਨ ਭੁੱਖ ਪਿਆਸ ਕੋਈ ਨਹੀਂ ਹੈ। ਅੱਗੇ ਜਿਹੜਾ ਵਾ ਇਸ ਸੰਬੰਧ ਵਿੱਚ ਇੱਕ ਦੋਹਰਾ ਹੋਰ ਆਪਾਂ ਪੜ੍ਹ ਲਈਏ। ਦੋਹਰਾ ਸ਼ੁਦਾ ਪਿਆਸਾ। ਸ਼ੁਦਾ ਪਿਆਸਾ ਸੋਗ ਬੁਨ। ਪਿਆਸਾ ਦੀ ਥਾਂ ਪਾਸਾ ਪਾਠ ਵੀ ਹੈ, ਅਰਥ ਇੱਕੋ ਹੀ ਹੋਣਾ, ਪਾਠ ਅੰਤਰ ਭੇਦ ਆ। ਸ਼ੁਦਾ ਪਿਆਸਾ ਪਾਠ ਹੀ ਮੁੱਖ ਆ। ਸ਼ੁਦਾ ਪਿਆਸਾ ਸ਼ੋਕ ਬੁਨ। ਸ਼ੁਦਾ ਕਹੀਏ ਭੁੱਖ, ਪਿਆਸਾ ਕਹੀਏ ਪਿਆਸ। ਇਹ ਸਿੱਖ ਇਹ ਤੇ ਪ੍ਰਾਣਾਂ ਦਾ ਧਰਮ ਆ। ਸ਼ੋਕ ਬੁਨ, ਫਿਰ ਜਿਹੜਾ ਸ਼ੋਕ ਕਹੀਏ ਗਾਮ ਆ। ਹਰਖ ਜਨਮ ਅਰ ਸੰਤ, ਅਤੇ ਹਰਖ ਕਹੀਏ ਖੁਸ਼ੀ ਆ। ਇਹ ਤੇ ਅਰ ਅੰਤ ਜਨ ਸ਼ੋਕ ਪੁਨ ਹਰਖ। ਅਰਥ ਵਾਸਤੇ ਜਿਹੜਾ ਸ਼ੋਕ ਗਈ ਗਮ ਤੇ ਹਰ ਗਈ ਖੁਸ਼ੀ ਆ, ਇਹ ਮਨ ਦਾ ਧਰਮ ਹੈ। ਜਨਮ ਅਰ ਅੰਤ, ਅਰ ਕਹੀਏ ਤੇ ਸਥੂਲ ਸਰੀਰ ਦਾ, ਜਨਮ ਕਹੀਏ ਜੰਮਣਾ, ਤੇ ਅੰਤ ਅਖੀਰ ਹੋਣਾ ਭਾਵ ਮਰਨਾ। ਇਹ ਸਰੀਰ ਦਾ ਧਰਮ, ਸਥੂਲ ਸਰੀਰ ਦਾ ਧਰਮ ਆ, ਜੰਮਣਾ ਤੇ ਅੰਤ ਹੋਣਾ। ਧਿਆਨ ਨਾਲ ਸੁਣ ਲਓ। ਸ਼ੁਦਾ ਪਿਆਸਾ, ਜਿਹੜੀ ਭੁੱਖ ਦੇ ਪਿਆਸ, ਇਹ ਪ੍ਰਾਣਾਂ ਦਾ ਧਰਮ ਆ। ਸੋਗ ਪੁਨ ਹਰਖ, ਸੋਗ ਖੁਸ਼ੀ, ਸੋਗ ਗਾਵਾਂ ਤੇ ਹਰਖ ਖੁਸ਼ੀ, ਇਹ ਤੇ ਮਨ ਦਾ ਧਰਮ ਆ। ਜਨਮ ਅਰ ਅੰਤ, ਇਹ ਸਥੂਲ ਸਰੀਰ ਦਾ ਧਰਮ ਹੈ। ਪਿੱਛੇ ਵੀ ਹੈ ਨਾ, ਰਾਗ ਦਵੈਖ ਮਨ ਕੇ ਧਰਮ। ਤੇ ਉੱਥੇ ਮਨ ਦੇ ਹੀ ਲਿਖਿਆ ਵਾ। ਤੇ ਕਈ ਵਿਦਵਾਨ ਦਾ ਅਰਥ ਚਿੱਤ ਕਰ ਲੈਂਦੇ ਆ ਵੀ ਚਿੱਤ ਦੇ ਧਰਮ ਹੈ। ਤੇ ਮਨ ਦੇ ਧਰਮ ਵੀ ਆ ਵੀ ਜਦੋਂ ਕੋਈ ਆਪਣਾ ਚਲਿਆ ਜਾਏ ਦੂਰ ਤੇ ਫਿਰ ਮਨ ਨੂੰ ਹੀ ਉਹ ਜਿਹੜੀ ਆ ਗਮੀ ਹੁੰਦੀ ਆ। ਜਦੋਂ ਕੁਝ ਪ੍ਰਾਪਤ ਹੋ ਜਾਏ ਤੇ ਮਨ ਨੂੰ ਖੁਸ਼ੀ ਹੁੰਦੀ ਹੈ। ਤੇ ਮਿਲਣੇ ਕਰਕੇ ਜਦੋਂ ਖੁਸ਼ੀ ਹੁੰਦੀ, ਜਦੋਂ ਆਪਣਾ ਮਿਲੇ ਤੇ ਰਾਗ ਹੁੰਦਾ ਮਨ ਵਿੱਚ, ਜਦੋਂ ਪਰਾਇਆ ਮਿਲੇ ਦਵੈਕ ਹੁੰਦੀ ਹੈ। ਇਸ ਤਰ੍ਹਾਂ ਉੱਥੇ ਮਨ ਦੇ ਧਰਮ ਲਿਖੇ ਆ। ਵਿਦਵਾਨਾਂ ਨੇ ਜਿਹੜੀ ਖੁਸ਼ੀ ਗਮੀ ਹੈ ਮਨ ਦਾ ਧਰਮ ਲਿਖਿਆ। ਇਹ ਖਟ ਉਰਮੀ ਧਰਮ ਤਾਨ, ਇਹ ਜਿਹੜੇ ਖਟ ਕਹੀਏ ਛੇ, ਉਰਮੀ ਕਹੀਏ ਉਰਮੀਆਂ ਲਹਿਰਾਂ, ਕਲੇਸ਼ ਆ। ਧਰਮ ਤਨ ਸਰੀਰ ਦੇ ਧਰਮ ਆ। ਧਰਮ ਤਨ ਸਰੀਰ ਦੇ ਧਰਮ। ਉਰਮੀ ਦਾ ਅਰਥ ਕਲੇਸ਼ ਆ ਜਾਂ ਲਹਿਰਾਂ ਵਾ। ਇਹ ਜਿਹੜੀ ਛੇ ਲਹਿਰਾਂ ਜਾਂ ਕਲੇਸ਼ ਆ ਨਾ, ਜਾਂ ਉਰਮੀ ਦਾ ਅਰਥ ਵਿਕਾਰ ਵੀ ਹੁੰਦਾ। ਵਿਕਾਰ ਕਲੇਸ਼ ਲਹਿਰਾਂ ਕੁਝ ਕਹਿ ਲਓ। ਇਹ ਤਨ ਇਹ ਸਰੀਰ ਦੇ ਧਰਮ ਆ। ਇਹ ਛੇ ਸਰੀਰ ਵਿੱਚ ਹੀ ਆਏ। ਆਤਮ ਰਹਿਤ ਅਨੰਤ ਭਾਵ ਸੰਸਾਰ ਸਮੁੰਦਰ ਦੇ ਵਿੱਚ ਸਰੀਰ ਦੀਆਂ ਇਹ ਛੇ ਲਹਿਰਾਂ ਵਾ। ਇਹ ਸਰੀਰ ਦੇ ਧਰਮ ਦੀਆਂ ਛੇ ਲਹਿਰਾਂ ਹਨ।
ਪਰੰਤੂ ਸਿੱਖ ਜਿਹੜਾ ਆਤਮ ਕਹੀਏ ਆਤਮਾ, ਇਹਨਾਂ ਵਿੱਚ 6 ਉਰਮੀਆਂ, ਲਹਿਰਾਂ, ਵਿਕਾਰ, ਕਲੇਸ਼ ਉਹ ਨਹੀਂ ਹੈ, ਉਸ ਤੋਂ ਇਹ ਰਹਿਤ ਹੈ। ਤੇ ਤੇਰਾ ਆਤਮਾ ਅਨੰਤ ਕਹੀਏ ਬੇਅੰਤ ਸਰੂਪ ਹੈ। ਉਹ ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਬਾਲਕ ਬੂਢਾ ਜੋ ਰਹਿ ਤਰਨਾ, ਜਾਹੇ ਕਦਾਚਿਤ ਜਨਮ ਨਾ ਮਰਨਾ। ਜਾ ਕੋ ਭੂਖ ਪਿਆਸ ਨਾ ਥੋਰੀ, ਜੇ ਬਿਸਰੇ ਤੈ ਹੈ ਦੁਖ ਘੋਰੀ। ਇਹਦੇ ਨਾਨਕ ਪ੍ਰਕਾਸ਼ ਲਿਖਿਆ। ਤੇ ਜਿੱਥੇ ਅਚਰਜ ਕਥਾ ਮਹਾ ਅਨੂਪ ਉੱਥੇ ਵੀ ਤੁਸੀਂ ਪੜ੍ਹ ਸਕਦੇ। ਨਾ ਹੈ ਬੂਢਾ ਨਾ ਹੈ ਬਾਲਾ, ਨਾ ਹੀ ਇਸ ਉਸਨ ਨਹੀਂ ਇਸ ਸੀਤ, ਉਸ 'ਚ ਸਾਰਾ ਲਿਖਿਆ ਹੋਇਆ। ਉਹ ਆਤਮਾ ਦੀ ਵਿਚਾਰ ਦੱਸੀ ਹੋਈ ਆ, ਉੱਥੇ ਬੜਾ ਸੋਹਣਾ ਲਿਖਿਆ ਹੋਇਆ। ਮੈਂ ਥੋੜਾ ਤਾਂ ਖੋਲਿਆ ਵੀ ਜਿਹੜਾ ਰਾਗ ਦਵੈਖ ਮੰਨ ਕੇ ਧਰਮ ਲਿਖਿਆ ਨਾ, ਉਹਦਾ ਵਿਦਵਾਨ ਟੀਕੇ ਵਿੱਚ ਅਰਥ ਕਰਦਿਆਂ ਚਿੱਤ ਕਰ ਲੈਂਦੇ ਆ ਵੀ ਚਿੱਤ ਦਾ ਧਰਮ ਆ। ਰਾਗ ਦਵੈਖ ਇਹ ਮਨ ਦੇ ਸੁਭਾਅ, ਹਾਂਜੀ ਇਹ ਸੁਭਾਅ ਮਨ ਦੇ, ਧਰਮ ਕਹਿ ਲਓ, ਸੁਭਾਅ ਕਹਿ ਲਓ, ਨਿਯਮ ਕਹਿ ਲਓ। ਤੇ ਵਿਦਵਾਨਾਂ ਨੇ ਦੋਵੇਂ ਢੰਗਾਂ ਨਾਲ ਹੀ ਇੱਥੇ ਰਾਗ ਦਵੈਖ, ਰਾਗ ਦਾ ਅਰਥ ਵੀ ਆਪਣਾ ਮਿਲਿਆ ਖੁਸ਼ੀ, ਦੂਜਾ ਮਿਲਿਆ ਦਵੈਖ ਈਰਖਾ, ਦੀ ਈਰਖਾ ਤੋਂ ਗਮੀ ਪੈਦਾ ਹੁੰਦੀ। ਇਸ ਤਰ੍ਹਾਂ ਮਨ ਦੇ ਹੀ ਧਰਮ ਆ, ਸਮਝ ਲੈਣੇ। ਤੇ ਇੱਥੇ ਆਪਾਂ ਲਿਖਿਆ ਤਾਂ ਨਹੀਂ ਆ ਵੀ ਸੁਦਾ ਪਿਆਸਾ ਸੋਕ ਪੁਨ ਹਰਖ ਜਨਮ ਅਰੰਤ, ਪਰ ਵਿਦਵਾਨਾਂ ਨੇ ਦੱਸਿਆ ਵੀ ਸੁਦਾ ਪਿਆਸਾ ਜਦੋਂ ਭੋਜਨ ਪ੍ਰਸ਼ਾਦਾ ਨਾ ਮਿਲਿਆ ਵਾ ਕਹਿੰਦੇ ਨਾ ਮੇਰੇ ਪ੍ਰਾਣ ਨਿਕਲ ਚੱਲੇ, ਇਹ ਪ੍ਰਾਣਾਂ ਦਾ ਧਰਮ ਹੈ। ਸੋਗ ਪੁਨ ਹਰਖ, ਖੁਸ਼ੀ ਗਮੀ ਇਹ ਮਨ ਦਾ ਧਰਮ ਹੈ। ਅੱਜ ਮੇਰਾ ਮਨ ਬੜਾ ਉਦਾਸ, ਅੱਜ ਮੇਰਾ ਮਨ ਬੜਾ ਖੁਸ਼ ਹੈ, ਇਹ ਮਨ ਦੇ ਧਰਮ ਹੈ। ਤੇ ਜੰਮਣਾ ਤੇ ਅੰਤ ਹੋਣਾ ਇਹਦੇ ਪਰਤਾ ਕੀ ਸਰੀਰ ਦਾ ਧਰਮ, ਤੁਹਾਨੂੰ ਪਤਾ ਹੀ ਆ। ਸਰੀਰ ਹੀ ਜੰਮਦਾ ਤੇ ਸਰੀਰ ਹੀ ਅੰਤ ਵੇਲੇ ਸਾੜਿਆ ਜਾਂਦਾ, ਉਦੋਂ ਮਨ ਨਹੀਂ ਮਰਦਾ, ਪ੍ਰਾਣ ਨਹੀਂ ਮਰਦੇ। ਤੇ ਉਹੀ ਨਹੀਂ ਮੰਨਦੇ। ਤੇ ਆਤਮਾ ਤੇ ਪ੍ਰਾਣਾਂ ਨੂੰ ਪ੍ਰਕਾਸ਼ਣ ਵਾਲਾ, ਮਨ ਨੂੰ ਪ੍ਰਕਾਸ਼ਣ ਵਾਲਾ, ਚਿੱਤ ਨੂੰ ਪ੍ਰਕਾਸ਼ਣ ਵਾਲਾ, ਬੁੱਧ ਨੂੰ ਪ੍ਰਕਾਸ਼ਣ ਵਾਲਾ। ਇਸ ਕਰਕੇ ਆਤਮਾ ਤੇ ਸਦਾ ਹੀ ਰਹਿਤ ਰਹਿੰਦਾ ਆ। ਤੇ ਆਤਮਾ ਇਹਨਾਂ 6 ਕਲੇਸ਼ਾਂ ਤੋਂ ਵੀ, ਜਿਹੜੇ ਸਰੀਰ ਦੇ ਧਰਮੇ ਤੋਂ ਪਰੇ ਆ, ਕਿਉਂਕਿ ਆਤਮਾ ਸਰੀਰ ਨਹੀਂ ਆ। ਤੇ ਅਨੰਤ ਬੇਅੰਤ ਬਹਿੰਦੇ ਆ। ਜਿਹੜਾ ਭੁੱਖ ਪਿਆਸ ਆ, ਇਹ ਵੀ ਸੂਖਮ ਸਰੀਰ 'ਚ ਆਉਂਦਾ, ਮਨ ਵੀ ਸੂਖਮ ਸਰੀਰ 'ਚ ਆਉਂਦਾ। ਤੇ ਜੰਮਣ ਮਰਨ ਇਹ ਆਉਂਦਾ ਸਥੂਲ ਸਰੀਰ 'ਚ। ਸਥੂਲ ਸਰੀਰ ਤੋਂ ਪਰੇ ਸੂਖਮ ਸਰੀਰ ਆ, ਸੂਖਮ ਸਰੀਰ ਤੋਂ ਪਰੇ ਕਾਰਨ ਸਰੀਰ ਆ, ਕਾਰਨ ਸਰੀਰ ਤੋਂ ਪਰੇ ਆਤਮਾ। ਇਸ ਕਰਕੇ ਆਤਮਾ ਇਹਨਾਂ 6 ਕਲੇਸ਼ਾਂ ਤੋਂ ਰਹਿਤ ਆ ਤੇ ਅਨੰਤ ਬੇਅੰਤ ਬਹਿੰਦੇ ਹੈ। ਸੋ ਆਪਾਂ ਇੱਥੇ ਜਿਹੜੀ ਆ ਅੱਜ ਸਮਾਪਤੀ ਕਰੀਏ। ਥੋੜਾ ਸੂਖਮ ਜਿਹਾ ਵੀ ਹੈ ਪੜ੍ਹਨ ਵਿੱਚ, ਜਿਹੜੇ ਕੋਈ ਧਿਆਨ ਬਹੁਤਾ ਲੈਂਦੇ ਉਹ ਛੇਤੀ ਪੜ੍ਹ ਜਾਂਦੇ, ਦੂਜਿਆਂ ਨੂੰ ਨਹੀਂ ਪਤਾ ਲੱਗਦਾ। ਸੁਦਾ ਪਿਆਸਾ ਸੋਕ ਪੁੰਨ, ਪੁੰਨ ਦੇ ਨੰਨੇ ਨੂੰ ਸਿਹਾਰੀ ਹੈ। ਤੇ ਬਾਕੀ ਸਾਰਾ ਪਾਠ ਸੋਧੀ। ਸੁਦਾ ਪਿਆਸਾ ਸੋਕ ਪੁੰਨ ਹਰਖ ਜਨਮ ਅਰੰਤ, ਏ ਖੜ ਉਰਮੀ ਧਰਮ ਤਨ, ਆਤਮ ਰਹਿਤ ਅਨੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।